ਆਪ ਸਭ ਨੂੰ ਮੇਰਾ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਮੈਂ ਮਨਮੀਤ ਸਿੰਘ ਤੁਹਾਡੇ ਸਾਹਮਣੇ ਫੇਰ ਹਾਜ਼ਰ ਹਾਂ। ਆਓ ਫਰੈਂਚ ਸਿੱਖੀਏ ਦਾ ਅਗਲਾ ਪਾਠ ਲੈ ਕੇ। ਪਿਛਲੇ ਪਾਠ ਵਿੱਚ ਆਪਾਂ ਨੰਬਰ ਸਿੱਖਣੇ ਸ਼ੁਰੂ ਕੀਤੇ ਸੀਗੇ। 0 ਤੋਂ ਲੈ ਕੇ 69 ਤੱਕ ਨੰਬਰ ਆਪਾਂ ਸਿੱਖ ਚੁੱਕੇ ਹਾਂ। ਇਸ ਸਫ਼ਰ ਨੂੰ ਅੱਗੇ ਵਧਾਉਂਦੇ ਹਾਂ, ਅੱਗੇ ਨੰਬਰ ਸਿੱਖਦੇ ਹਾਂ। ਆਓ ਫਰੈਂਚ ਸਿੱਖੀਏ। ਅੱਜ ਆਪਾਂ ਗੱਲ ਕਰਾਂਗੇ ਹੋਰ ਅੱਗੇ ਜਿਹਨੇ ਨੰਬਰ ਨੇ 70 ਤੋਂ ਬਾਅਦ ਨੰਬਰ ਸਿੱਖਾਂਗੇ ਤੇ ਕੋਸ਼ਿਸ਼ ਕਰਾਂਗੇ ਕਿ ਜੋ ਆਪਾਂ ਨੰਬਰ ਸਿੱਖੇ ਨੇ ਉਹਨਾਂ ਨੂੰ ਆਪਣੀ ਵਰਤੋਂ 'ਚ ਲੈ ਕੇ ਆਈਏ। ਜਦੋਂ ਫਰੈਂਚ ਆਪਾਂ ਬੋਲੀਏ ਆਪਾਂ ਉਹਨਾਂ ਨੰਬਰਾਂ ਦਾ ਇਸਤੇਮਾਲ ਸਹੀ ਤਰੀਕੇ ਨਾਲ ਕਰੀਏ। ਇਹ ਮੇਰੀ ਕੋਸ਼ਿਸ਼ ਰਹੇਗੀ ਇਸ ਵੀਡੀਓ ਦੇ ਰਾਹੀਂ। ਤੇ ਚਲੋ, ਮੈਨੂੰ ਆਸ਼ਾ ਹੈ ਕਿ ਤੁਸੀਂ ਯਾਦ ਕਰ ਲਏ ਹੋਣਗੇ ਨੰਬਰ 0 ਤੋਂ ਲੈ ਕੇ 69 ਤੱਕ। ਤੇ ਹੁਣ ਅਸੀਂ ਵੇਖਦੇ ਹਾਂ 70 ਤੋਂ ਬਾਅਦ ਕਿਵੇਂ ਫਰੈਂਚ 'ਚ ਨੰਬਰ ਬਣਾਏ ਜਾਂਦੇ ਨੇ। 70 ਦਾ ਹਿਸਾਬ ਸਿੰਪਲ ਹੈ ਬਿਲਕੁਲ। 70 ਦਾ ਮਤਲਬ ਫਰੈਂਚ 'ਚ 70 ਨੂੰ ਕਹਿੰਦੇ ਨੇ 60 ਜਮਾ 10। 60 ਜਮਾ 10। ਤੇ ਜੇ ਤੁਹਾਨੂੰ ਪਿਛਲਾ ਵੀਡੀਓ ਯਾਦ ਹੋਵੇ, ਮੈਂ ਤੁਹਾਨੂੰ ਦੱਸ ਚੁੱਕਿਆ ਹਾਂ ਕਿ ਜੋ ਆਪਣਾ ਤੇ ਹੁੰਦਾ ਹੈ, ਅਤੇ ਵਾਲਾ ਤੇ, ਉਹਨੂੰ ਆਪਾਂ ETA ਨਾਲ ਦਰਸਾਉਂਦੇ ਹਾਂ ਫਰੈਂਚ 'ਚ। ਮੈਂ ਦੁਬਾਰਾ ਲਿਖ ਦੇਣਾ ਤੁਹਾਡੇ ਲਈ। ਤੇ ਨੂੰ ਆਪਾਂ ਫਰੈਂਚ 'ਚ ਕਹਿੰਦੇ ਹਾਂ ਏ। ਤੇ ਜਿੱਥੇ ਜਿੱਥੇ ਵੀ ਜੋੜਨਾ ਹੈ ਉਹਨੂੰ ਆਪਾਂ ਇਸ ਚਿੰਨ੍ਹ ਨਾਲ ਦਿਖਾਉਂਦੇ ਹਾਂ, ਜਿਹਨੂੰ ਆਪਾਂ ਇੰਗਲਿਸ਼ 'ਚ ਕਹਿੰਦੇ ਹਾਂ ਹਾਈਫਨ, ਤੇ ਫਰੈਂਚ 'ਚ ਆਪਾਂ ਕਹਿੰਦੇ ਹਾਂ trait d'union। trait d'union। trait d'union, ਬਿਲਕੁਲ। ਤੇ ਜੇ 70 ਹੈ 60 ਜਮਾ 10, ਤੇ ਤੁਸੀਂ ਆਪਣੇ ਆਪ ਅੰਦਾਜ਼ਾ ਲਗਾ ਸਕਦੇ ਹੋ। 60 ਹੁੰਦਾ ਹੈ 60, 60, ਤੇ 10 ਹੁੰਦਾ ਹੈ 10। ਤੇ ਇਹਨਾਂ ਦੋਨਾਂ ਦੇ ਵਿੱਚ ਰਿਲੇਸ਼ਨ ਹੈ ਜਮਾ ਦਾ, ਤੇ ਆਪਾਂ ਲਗਾ ਦਾਂਗੇ ਇੱਕ ਹਾਈਫਨ ਜਾਂ ਫਰੈਂਚ 'ਚ trait d'union। ਤੇ ਜੋ ਆਪਣਾ ਪੂਰਾ ਨੰਬਰ ਹੈ ਉਹ ਬਣ ਗਿਆ ਹੈ 70। 70। ਅੱਗੇ ਵੱਧਦੇ ਹਾਂ। ਹੁਣ ਵਾਰੀ ਹੈ 71 ਦੀ। ਤੇ ਆਪਾਂ ਹਾਲੇ ਤੱਕ ਦੇਖਦੇ ਆਏ ਹਾਂ ਕਿ 21, 31, 41 ਇਹਨਾਂ ਸਾਰਿਆਂ 'ਚ ਆਪਾਂ A ਦਾ ਯੂਜ਼ ਕੀਤਾ ਸੀਗਾ। ਉਸੇ ਤਰ੍ਹਾਂ 60 ਅਤੇ 11, 60 ਅਤੇ 11 ਤੁਸੀਂ ਆਪ ਅੰਦਾਜ਼ਾ ਲਗਾ ਸਕਦੇ ਹੋ। 60 ਹੈ 60, ਤੇ ਨੂੰ ਆਪਾਂ ਦਰਸਾਉਂਦੇ ਹਾਂ ET ਯਾਨੀ A ਨਾਲ, ਤੇ 11 ਹੁੰਦਾ ਹੈ 11। 71, 71, 60 et 11, 60 et 11। ਆਪਾਂ ਅੱਗੇ ਚੱਲਦੇ ਹਾਂ। 70 ਜਮਾ, ਹੁਣ ਆਪਾਂ ਤੇ ਨਹੀਂ ਲਗਾਉਣਾ, ਇਸ ਵਾਰੀ ਆਪਾਂ ਜਮਾ ਲਗਾਵਾਂਗੇ। 70 ਜਮਾ 12, ਤੇ ਆਪਾਂ ਕਹਾਂਗੇ 60 12, 60 12। ਉਸੇ ਤਰ੍ਹਾਂ ਅੱਗੇ ਚੱਲਦੇ ਹਾਂ। 60 13, 60 13 ਮਤਲਬ 70 ਜਮਾ 13, 60 13। ਉਸੇ ਤਰ੍ਹਾਂ ਮੈਨੂੰ ਉਮੀਦ ਹੈ ਤੁਸੀਂ ਯਾਦ ਕਰ ਲਏ ਹੋਣਗੇ ਆਪਣੇ ਪੁਰਾਣੇ ਨੰਬਰ, ਤੇ ਮੈਂ ਤੁਹਾਨੂੰ ਉਚਾਰਨ ਦੱਸ ਦਿੰਨਾਗਾ। 73, 74, 75, 75, 76, 76, 77, 77, 78, 78, 79, 79। ਇਹ ਮੈਂ ਤੁਹਾਡੇ ਲਈ ਲਿਖ ਦੇਣਾ। ਤੇ ਜੋ ਬਾਕੀ ਨੰਬਰ ਨੇ ਮੈਂ ਚਾਹੂੰਗਾ ਕਿ ਤੁਸੀਂ ਆਪਣੇ ਕਾਪੀ ਪੈਨ ਨਾਲ ਆਪ ਖੁਦ ਲਿਖੋ, ਤਾਂ ਕਿ ਜਿੰਨਾ ਤੁਸੀਂ ਲਿਖੋਗੇ ਉਹਨਾਂ ਤੁਹਾਡੀ ਯਾਦਦਾਸ਼ਤ 'ਚ ਨੰਬਰ ਬੈਠਣਗੇ। 60 19। ਦੂਜੇ ਸ਼ਬਦਾਂ 'ਚ ਕਹੀਏ ਤਾਂ 70 ਜਮਾ 19। ਹੁਣ ਆਉਂਦੇ ਹਾਂ 80 ਤੇ। 80 ਨੂੰ ਫਰੈਂਚ 'ਚ ਲਿਖਦੇ ਨੇ 4 ਗੁਣਾ 20। 4 ਗੁਣਾ 20,
ਤੇ 4 ਕਿੰਨਾ ਹੁੰਦਾ ਹੈ ਯਾਦ ਕਰਨ ਦੀ ਕੋਸ਼ਿਸ਼ ਕਰੋ 4 20 ਹੁੰਦਾ ਹੈ 20 ਤੇ 4 ਵਾਰੀ 20 ਤਾਂ 20 ਦੇ ਮਗਰ ਆਪਾਂ ਇੱਕ ਐਸ ਲਗਾ ਦਾਂਗੇ 80 80 ਨੂੰ ਆਪਾਂ ਕਹਾਂਗੇ 80 80 80 ਉਸੇ ਤਰ੍ਹਾਂ ਅੱਗੇ 80 ਜਮਾ 1 ਤੇ ਆਪਾਂ ਕਹਾਂਗੇ 4 21 81 81 81 ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਮੈਂ 81 ਨੂੰ ਹਾਈਲਾਈਟ ਕੀਤਾ ਹੋਇਆ ਹੈ ਪੀਲੇ ਰੰਗ ਨਾਲ ਤੇ ਉਸ ਦੀ ਇੱਕ ਵਜ੍ਹਾ ਹੈ ਉਹ ਵਜ੍ਹਾ ਇਹ ਹੈ ਕਿ ਜਿੰਨੇ ਵੀ ਇੱਕ ਨਾਲ ਖਤਮ ਹੋਣ ਵਾਲੇ ਨੰਬਰ ਨੇ ਜਿਵੇਂ ਕਿ 21 31 ਤੇ 41 ਜਿਹੇ ਜਿਹੇ ਨੰਬਰ ਨੇ ਉਹਨਾਂ ਨਾਲ ਆਪਾਂ ਏ ਯੂਜ਼ ਕਰਦੇ ਹਾਂ ਏ ਦਾ ਇਸਤੇਮਾਲ ਕਰਦੇ ਹਾਂ ETA ਪਰ ਇੱਥੇ ਆਪਾਂ ਨਹੀਂ ਕੀਤਾ ਹੋਇਆ 81 ਨੂੰ ਆਪਾਂ ਲਿਖਿਆ ਹੋਇਆ ਹੈ ਸਿਰਫ 81 ਬਿਨਾਂ ਏ ਦੇ ਇਸ ਗੱਲ ਦਾ ਤੁਸੀਂ ਵੀ ਧਿਆਨ ਰੱਖਣਾ ਹੈ ਅੱਗੇ ਵਧਦੇ ਹਾਂ 80 ਜਮਾ 2 यानी कि 82 ਨੂੰ ਆਪਾਂ ਕਹਾਂਗੇ ਫ੍ਰੈਂਚ ਚ 83 ਸੌਰੀ 82 82 82 ਉਸੇ ਤਰ੍ਹਾਂ ਸਮੇਂ ਦੀ ਬਚਤ ਲਈ ਮੈਂ ਪੂਰੇ ਨਹੀਂ ਲਿਖੂੰਗਾ ਪਰ ਮੈਂ ਤੁਹਾਨੂੰ ਉਚਾਰਨ ਜ਼ਰੂਰ ਦੱਸ ਦਿੰਦਾ ਹਾਂ 82 83 84 85 86 87 88 ਤੇ 89 89 ਇਸੇ ਸ਼੍ਰृंखला ਨੂੰ ਅੱਗੇ ਵਧਾਵਾਂਗੇ 90 ਨੂੰ ਆਪਾਂ ਕਹਾਂਗੇ 80 ਜਮਾ 10 ਮਤਲਬ 90 90 ਤੇ ਉਸੇ ਤਰ੍ਹਾਂ ਆਪਾਂ 91 ਨੂੰ ਕਹਾਂਗੇ 90 ਜਮਾ 11 91 91 91 ਅੱਗੇ ਚੱਲਦੇ ਹਾਂ 92 93 94 95 96 97 ਇਹ ਮੈਂ ਤੁਹਾਡੇ ਲਈ ਲਿਖ ਦੇਣਾ ਕਿਉਂਕਿ ਇਹ ਕਾਫੀ ਲੰਬਾ ਹੋਏਗਾ ਤਾਂ ਕਿ ਤੁਹਾਨੂੰ ਇੱਕ ਵਾਰੀ ਆਈਡੀਆ ਮਿਲ ਜਾਏ 90 17 97 98 99 99 ਇੱਕ ਵਾਰੀ ਦੁਬਾਰਾ ਉਚਾਰਨ ਵੇਖ ਲੈਂਦੇ ਹਾਂ 91 92 93 94 95 96 97 98 et 99 ਇਸ ਤੋਂ ਮੁੜ ਕੇ ਆਉਂਦਾ ਹੈ 100 ਬਹੁਤ ਹੀ ਆਸਾਨ ਬਿਲਕੁਲ ਪੰਜਾਬੀ ਵਰਗਾ ਇਹਨੂੰ ਆਪਾਂ ਕਹਾਂਗੇ 100 100 100 100 ਤੇ ਜੇ ਆਪਾਂ ਨੂੰ 100 ਪਤਾ ਹੈ 100 ਹੈ 100 ਤਾਂ 200 ਹੋਏਗਾ ਬਿਲਕੁਲ ਤੁਸੀਂ ਸੋਚ ਸਕਦੇ ਹੋ 200 200 200 200 ਉਸੇ ਤਰ੍ਹਾਂ 300 300 ਉਸੇ ਤਰ੍ਹਾਂ 900 900 900 ਤੇ 1000 ਨੂੰ ਆਪਾਂ ਕਹਿੰਦੇ ਆ ਮੀਲ 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 ਤੇ ਜ਼ਾਹਿਰ ਜੀ ਗੱਲ ਹੈ ਜੇ ਤੁਹਾਨੂੰ 1000 ਪਤਾ ਹੈ ਤੇ ਤੁਹਾਨੂੰ 5000 ਵੀ ਪਤਾ ਹੈ 5 5 1000 ਮੀਲ 5000 5000
5,000 5,000। एक छोटी जी गल जो कि शायद इन्नी जरूरी ना लगे ਤੁਹਾਨੂੰ, बट एक डिटेल मैं ਤੁਹਾਨੂੰ ਦੱਸਣਾ ਚਾਹੂੰਗਾ। 200 300 900 100 ਦੇ ਮਗਰ ਆਪਾਂ s ਲਗਾਇਆ ਕਿਉਂਕਿ ਆਪਾਂ ਉਰੇ ਗੁਣਾ ਕਰ ਰਹੇ ਹਾਂ। ਇਹ 100 ਨਹੀਂ, 2 ਵਾਰੀ 100 ਹੈ ਤਾਂ 100 ਦੇ ਮਗਰ s ਲਾਇਆ ਹੈ ਆਪਾਂ ਉਰੇ, ਤੁਸੀਂ ਦੇਖ ਸਕਦੇ ਹੋ ਇੱਥੇ। पर मील ਦੇ ਮਗਰ नहीं लगाना ਆਪਾਂ s, मील ਦੇ ਪਿੱਛੇ s नहीं लगेगा, मील उदा ही रहेगा। 5,000 ਤੇ ਉਸੇ ਤਰ੍ਹਾਂ 8,000 20 ਮੀਲ, 9,000 9 ਮੀਲ ਤੇ 10,000 10 ਮੀਲ 10 ਮੀਲ। ਹੁਣ ਕੋਸ਼ਿਸ਼ ਕਰਦੇ ਹਾਂ ਜੇ ਆਪਣੇ ਕੋਲ ਥੋੜੇ ਜਿਹੇ ਹੋਰ ਕੰਪਲੈਕਸ ਜਾਂ ਥੋੜੇ ਜਿਹੇ ਹੋਰ ਔਖੇ ਨੰਬਰ ਹੋਣ ਤਾਂ ਉਹਨਾਂ ਨੂੰ ਆਪਾਂ ਕਿਵੇਂ ਵੇਖ ਸਕਦੇ ਹਾਂ। ਜੇ ਤੁਹਾਨੂੰ ਕੋਈ ਪੁੱਛੇ ਵੀ 2020 ਨੂੰ ਆਪਾਂ ਫ੍ਰੈਂਚ 'ਚ ਕਿਵੇਂ ਕਹਿ ਸਕਦੇ ਹਾਂ, ਤਾਂ ਇਹ ਕੋਈ ਮੁਸ਼ਕਿਲ ਗੱਲ ਨਹੀਂ ਹੈ। ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਹੈ 2020 ਕਿਵੇਂ ਬਣਦਾ ਹੈ। ਜਿਵੇਂ ਆਪਾਂ ਪੰਜਾਬੀ 'ਚ ਕਹਿੰਦੇ ਹਾਂ 2020, ਉਵੇਂ ਹੀ ਆਪਾਂ ਫ੍ਰੈਂਚ 'ਚ ਕਹਾਂਗੇ 2020 2020 2020 2020 2020 2020 2020। ਜੇ ਆਪਾਂ ਦੇਖੀਏ ਆਪਣੇ ਕੋਲ ਅਗਲਾ ਨੰਬਰ ਹੈ 1900। 1900 ਨੂੰ ਕਿਵੇਂ ਕਹਿਣਾ ਹੈ, ਆਪਾਂ ਉਚਾਰਨ ਤੇ ਜ਼ਿਆਦਾ ਧਿਆਨ ਦੇਵਾਂਗੇ ਕਿਉਂਕਿ ਤੁਸੀਂ ਅਕਸਰ ਬੋਲੋਗੇ ਇਹਨਾਂ ਨੰਬਰਾਂ ਨੂੰ, ਲਿਖਣ ਦੀ ਇੰਨੀ ਜ਼ਰੂਰਤ ਨਹੀਂ ਪਏਗੀ ਰੋਜ਼ਾਨਾ ਜ਼ਿੰਦਗੀ 'ਚ, ਤਾਂ ਉਚਾਰਨ ਤੇ ਜ਼ਿਆਦਾ ਧਿਆਨ ਦੇਣਾ ਹੈ ਤੇ ਇਹਨਾਂ ਨੂੰ ਪ੍ਰੈਕਟਿਸ ਕਰਨਾ ਹੈ ਬਾਰ-ਬਾਰ, ਤਾਂ ਕਿ ਜਦੋਂ ਆਪਣੇ ਸਾਹਮਣੇ ਨੰਬਰ ਆਉਣ ਆਪਾਂ ਨੂੰ ਸੋਚਣਾ ਨਾ ਪਏ, ਆਪਾਂ ਹਿਸਾਬ ਨਾ ਬਿਠਾਉਣ ਲੱਗ ਜੀ ਦਿਮਾਗ 'ਚ, ਬਲਕਿ ਆਪਾਂ ਨਾਲ ਦੀ ਨਾਲ ਇਹਨਾਂ ਨੂੰ ਬੋਲ ਸਕੀਏ। 1900 ਕਿਵੇਂ ਲਿਖਿਆ ਜਾਏਗਾ? 1900 मतलब 1000 जमा 900, 1900 1900 1900। उसी तरह अगला नंबर 1995 1995। तो ये जड़ा पूरा नंबर है मेरे सामने, ये बन गया है 1995 1995। ਇਹ ਤਾਂ ਹੋ ਗਏ ਨੇ ਨੰਬਰ। ਹੁਣ ਆਪਾਂ ਦੇਖਦੇ ਹਾਂ ਵੀ ਇਹਨਾਂ ਨੰਬਰਾਂ ਨੂੰ ਆਪਾਂ ਵਰਤੋਂ 'ਚ ਕਿਵੇਂ ਲੈ ਕੇ ਆਉਣਾ ਹੈ। ਗੱਲ ਕਰਾਂਗੇ ਯੂਜ਼ਾਜ ਦੀ। ਯੂਜ਼ਾਜ, ਇਹਨਾਂ ਨੂੰ ਇਸਤੇਮਾਲ ਕਿਵੇਂ ਕਰਨਾ ਹੈ। ਮੈਂ 2 ਕੇਸਿਸ ਲਊਂਗਾ। ਪਹਿਲਾ ਕੇਸ ਨਿਊਮੇਰੋ ਟੈਲੀਫੋਨ, ਨਿਊਮੇਰੋ de téléphone, ਨਿਊਮੇਰੋ de téléphone। ਇਹ ਆਪਾਂ ਪੜ੍ਹ ਕੇ ਸਮਝ ਸਕਦੇ ਹਾਂ। ਟੈਲੀਫੋਨ ਦੀ ਗੱਲ ਹੋ ਰਹੀ ਹੈ ਤੇ ਨਿਊਮੇਰੋ ਪੰਜਾਬੀ 'ਚ ਨੰਬਰ ਵਰਗਾ ਲੱਗ ਰਿਹਾ ਸੁਣਨ 'ਚ। ਨਿਊਮੇਰੋ ਟੈਲੀਫੋਨ फ़ोन नंबर, ਕਿਸੇ ਤੋਂ फ़ोन नंबर ਮੰਗਣਾ, ਕਿਸੇ ਨੂੰ ਆਪਣਾ फ़ोन नंबर ਦੇਣਾ। ਤਾਂ ਪਹਿਲਾਂ ਦੇਖਦੇ ਹਾਂ फ़ोन नंबर ਮੰਗਣਾ ਕਿਵੇਂ ਹੈ। ਤੁਸੀਂ फ़ोन नंबर ਮੰਗ ਸਕਦੇ ਹੋ ਆਪਣੇ ਦੋਸਤਾਂ ਤੋਂ, ਜਿਨ੍ਹਾਂ ਤੋਂ ਤੁਸੀਂ ਜਾਣੂ ਹੋ, ਜਿਨ੍ਹਾਂ ਨਾਲ ਤੁਹਾਡਾ ਕੋਈ ਰਿਸ਼ਤਾ ਹੈ, ਜਾਂ ਫਿਰ ਉਹਨਾਂ ਤੋਂ ਜਿਨ੍ਹਾਂ ਨਾਲ ਤੁਸੀਂ ਬਹੁਤ ਕਲੋਜ਼ ਨਹੀਂ ਹੈਗੇ, ਬਹੁਤ ਕਰੀਬੀ ਰਿਸ਼ਤਾ ਨਹੀਂ ਹੈਗਾ, ਆਪਾਂ ਮਸਾਂ ਜਾਣਦੇ ਹਾਂ। ਇਹਨਾਂ 2 ਤਰ੍ਹਾਂ ਦੇ ਲੋਕਾਂ ਤੋਂ ਆਪਾਂ ਨੰਬਰ ਮੰਗ ਸਕਦੇ ਹਾਂ। ਤੇ ਜਿਨ੍ਹਾਂ ਨਾਲ ਆਪਾਂ ਕਰੀਬੀ ਰਿਸ਼ਤਾ ਹੈ ਉਹਨਾਂ ਨੂੰ ਆਪਾਂ ਪੁੱਛ ਸਕਦੇ ਹਾਂ। ਮੈਂ ਬੋਲੂੰਗਾ, ਤੁਸੀਂ ਮੇਰੇ ਨਾਲ ਰਿਪੀਟ ਕਰਨਾ। Quel est ton numéro de téléphone? Quel est ton numéro de téléphone? मैं एक बार दोबारा बोल रहा थोड़ा जिहा हौली, मेरे नाल बोलने की कोशिश करो। Quel est ton numéro de téléphone? Quel est ton numéro de téléphone? Quel est ton numéro de téléphone? ਤੂੰ, ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਆਪਣੇ ਪੰਜਾਬੀ ਦੇ ਤੂੰ ਵਰਗਾ ਲੱਗਦਾ ਹੈ ਸੁਣਨ 'ਚ, ਤੇ ਇਹਦਾ ਮਤਲਬ ਜ਼ਾਹਿਰ ਹੈ ਕਿ ਇਹਨੂੰ ਆਪਾਂ ਇਸਤੇਮਾਲ ਕਰਾਂਗੇ ਉਹਨਾਂ ਲੋਕਾਂ ਲਈ ਜੋ ਆਪਣੇ ਕਰੀਬੀ ਨੇ ਜਾਂ ਫਿਰ ਜਿਨ੍ਹਾਂ ਨੂੰ ਆਪਾਂ ਜਾਣਦੇ ਹਾਂ। Quel est ton numéro de téléphone? ਤੇ ਜੇ ਕੋਈ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਆਪਾਂ ਨਹੀਂ ਜਾਣਦੇ, ਉਹਨਾਂ ਨੂੰ ਆਪਾਂ ਪੁੱਛਾਂਗੇ Quel est votre numéro de téléphone? Quel est votre numéro de téléphone? Quel est ton numéro de téléphone? या फिर quel est votre numéro de téléphone? ਇਹ ਤਾਂ ਹੋ ਗਿਆ ਆਪਣਾ ਸਵਾਲ। ਇਸ ਸਵਾਲ ਦਾ ਜਵਾਬ ਕਿਵੇਂ ਦੇਣਾ ਹੈ। ਮੰਨ ਲਓ
ਜਵਾਬ ਨੂੰ ਆਪਾਂ ਫ੍ਰੈਂਚ 'ਚ ਕਹਿੰਦੇ ਆ réponse réponse réponse। ਮੰਨ ਲਓ ਕਿਸ ਦਾ ਨੰਬਰ ਹੈ 1 2 3 4 5 6 ਬਿਲਕੁਲ ਜੀ 1 2 3 4 5 6 ਇਹ ਕਿਸ ਦਾ ਨੰਬਰ ਹੈ ਤੇ ਉਹ ਬੰਦਾ ਕਿਵੇਂ ਜਵਾਬ ਦੇਗਾ ਜਾਂ ਫਿਰ ਤੁਹਾਡਾ ਇਹ ਨੰਬਰ ਹੈ ਤੇ ਤੁਸੀਂ ਕਿਵੇਂ ਜਵਾਬ ਦੋਗੇ। ਤਾਂ ਜਵਾਬ ਹੈ ਤੂੰ ਮਤਲਬ ਤੇਰਾ, votre ਮਤਲਬ ਤੁਹਾਡਾ ਤੇ mon ਮਤਲਬ ਮੇਰਾ, ton numéro de téléphone ਤੇ mon numéro de téléphone, mon numéro de téléphone, mon numéro de téléphone, mon numéro de téléphone। ਤੇ ਮੈਂ ਤੁਹਾਨੂੰ ਪਿਛਲੀ ਵਾਰੀ ਦੱਸਿਆ ਸੀਗਾ ਜੇ ਕਿਸੇ ਚੀਜ਼ ਨੂੰ ਕਨੀ ਇਸ਼ਾਰਾ ਕਰਨਾ ਹੈ ਆਪਾਂ ਉਹਦੇ ਲਈ ਇਸਤੇਮਾਲ ਕਰਦੇ ਹਾਂ c'est mon numéro de téléphone c'est le 1 2 3 4 5 6 ਤੇ 1 2 3 4 5 6 ਨੂੰ ਕਹਿਣਾ ਕਿਵੇਂ ਹੈ ਇਹਨਾਂ ਨੂੰ 2 2 ਦੇ ਜੋੜਿਆਂ 'ਚ ਕਹਿਣਾ ਹੈ ਤਾਂ ਕਿਵੇਂ ਕੀ ਕਹਾਂਗੇ ਆਪਾਂ mon numéro de téléphone c'est le 12 mon numéro de téléphone c'est le 12 34 56 mon numéro de téléphone c'est le 12 34 56 78 10। ਤਾਂ ਧਿਆਨ ਰੱਖਣਾ ਹੈ ਕਿ ਆਪਾਂ ਜੋੜਿਆਂ 'ਚ ਨੰਬਰ ਦੱਸਣਾ ਹੈ ਆਪਣਾ। ਅੱਗੇ ਵਧਦੇ ਹਾਂ ਅਗਲੇ ਪੁਆਇੰਟ ਵੱਲ। ਆਪਾਂ ਹੋਰ ਕਿਵੇਂ ਇਸਤੇਮਾਲ ਕਰ ਸਕਦੇ ਹਾਂ ਨੰਬਰਾਂ ਨੂੰ। date de naissance, date de naissance ਹੈ ਆਪਣਾ ਦੂਜਾ ਵਿਸ਼ਾ ਅੱਜ ਦਾ। ਦਾਤ ਤੁਹਾਨੂੰ ਪੜ੍ਹ ਕੇ ਲੱਗ ਰਿਹਾ ਹੋਵੇਗਾ ਜ਼ਾਹਿਰ ਹੋ ਚੁੱਕਿਆ ਹੈ ਆਲਰੇਡੀ। ਦਾਤ ਮਤਲਬ ਤਰੀਕ, ਆਪਾਂ ਕਿਸੇ ਤਰੀਕ ਦੀ ਗੱਲ ਕਰ ਰਹੇ ਹਾਂ ਤੇ ਦਾਤ de naissance ਮਤਲਬ ਡੇਟ ਆਫ ਬਰਥ, ਤੁਸੀਂ ਕਿਸ ਤਰੀਕ ਨੂੰ ਪੈਦਾ ਹੋਏ ਸੀਗੇ ਉਹਨੂੰ ਕਹਿੰਦੇ ਨੇ ਡੇਟ ਆਫ ਬਰਥ ਇੰਗਲਿਸ਼ 'ਚ। ਫ੍ਰੈਂਚ 'ਚ ਆਪਾਂ ਕਹਾਂਗੇ date de naissance, date de naissance। ਸਵਾਲ ਕੀ ਉੱਠਦਾ ਹੈ ਕਿਸੇ ਤੋਂ ਡੇਟ ਆਫ ਬਰਥ ਪੁੱਛਣਾ ਤੇ ਕਿਸੇ ਨੂੰ ਆਪਣੀ ਡੇਟ ਆਫ ਬਰਥ ਦੱਸਣਾ। ਉਵੇਂ ਸਵਾਲ ਜੇ ਆਪਾਂ ਉੱਤੇ ਵਾਲਾ ਸਵਾਲ ਦੇਖੀਏ quel est ton ਜਾਂ ਫਿਰ quel est votre numéro de téléphone, ਉਸੇ ਹੀ ਸਵਾਲ ਦੇ ਬੇਸਿਸ ਤੇ ਆਪਾਂ ਅਗਲਾ ਸਵਾਲ ਵੀ ਬਣਾ ਸਕਦੇ ਹਾਂ quelle est ta date de naissance। ਹੁਣ ਤੁਹਾਨੂੰ ਸ਼ਾਇਦ ਛੋਟੀ ਜੀ ਤੁਹਾਨੂੰ ਇੱਕ ਛੋਟੀ ਜੀ ਪ੍ਰੋਬਲਮ ਹੋ ਸਕਦੀ ਹੈ। ਤੁਸੀਂ ਕਹੋਗੇ ਬਈ ਉਰੇ ਕੈਲ ਹੋਰ ਤਰੀਕੇ ਨਾਲ ਲਿਖਿਆ ਤੇ ਉਰੇ ਕੈਲ ਹੋਰ ਤਰੀਕੇ ਨਾਲ ਲਿਖਿਆ। ਉਹਦੀ ਤੁਸੀਂ ਫਿਕਰ ਨਾ ਕਰੋ, ਉਹ ਇਸ ਲਈ ਕਿਉਂਕਿ ਜੋ ਨਿਊਮੇਰੋ ਟੈਲੀਫੋਨ ਹੈ ਉਹ ਆਪਣਾ ਪੁਲਿੰਗ ਹੈ ਤੇ ਜੋ ਦਾਤ ਜੋ ਲਫ਼ਜ਼ ਦਾਤ ਹੈ ਉਹ ਇਸਤਰੀਲਿੰਗ ਹੈ। ਤਾਂ ਕਰਕੇ ਵਾਕ ਵਿੱਚ ਛੋਟੇ ਛੋਟੇ ਬਦਲਾਵ ਹੋਣਗੇ। ਉਹ ਇੰਨੇ ਜ਼ਰੂਰੀ ਨਹੀਂ ਨੇ ਕਿਉਂਕਿ ਆਪਾਂ ਪਹਿਲਾਂ ਬੋਲਣਾ ਸਿੱਖਣਾ ਹੈ ਫਿਰ ਲਿਖਣਾ ਸਿੱਖਣਾ ਹੈ। ਤੇ ਤੁਸੀਂ ਦੇਖ ਸਕਦੇ ਹੋ ਜੋ ਉਚਾਰਨ ਵਾਲਾ ਰੂਪ ਹੈ ਭਾਸ਼ਾ ਦਾ ਉਸ 'ਚ ਕੋਈ ਅੰਤਰ ਨਹੀਂ ਹੈਗਾ। quel est ton numéro de téléphone, quelle est ta date de naissance, quel ਦਾ ਉਚਾਰਨ ਨਹੀਂ ਬਦਲਦਾ। ਉੱਤੇ ਆਪਾਂ ਕਹਿ ਰਹੇ ਹਾਂ ton numéro de téléphone ਕਿਉਂਕਿ ਨਿਊਮੇਰੋ ਪੁਲਿੰਗ ਹੈ ਤੇ ਥੱਲੇ ਆਪਾਂ ਕਹਿ ਰਹੇ ਹਾਂ ta date de naissance ਕਿਉਂਕਿ ਦਾਤ ਜੋ ਲਫ਼ਜ਼ ਹੈ ਉਹ ਇਸਤਰੀਲਿੰਗ ਹੈ। ਇਹਨਾਂ ਹਲੇ ਛੋਟੀ ਛੋਟੀ ਡਿਟੇਲਸ ਆਪਾਂ ਹਲੇ ਨਹੀਂ ਜਾਵਾਂਗੇ, ਇਹਨਾਂ ਨੂੰ ਬਾਅਦ ਚੋਂ ਦੇਖਾਂਗੇ। ਆਪਾਂ ਪਹਿਲਾਂ ਇਸ ਸਵਾਲ ਨੂੰ ਪੂਰਾ ਕਰ ਲੈਂਦੇ ਹਾਂ quelle est ta date de naissance। ਤੇ ਜੇ ਕਿਸੇ ਐਸੇ ਵਿਅਕਤੀ ਤੋਂ ਪੁੱਛਣਾ ਹੈ ਜਿਹਦੇ ਨਾਲ ਆਪਾਂ ਜ਼ਿਆਦਾ ਕਰੀਬੀ ਨਹੀਂ ਹੈਗੇ ਉਹਨੂੰ ਪੁੱਛਾਂਗੇ quelle est votre date de naissance। votre ਨਹੀਂ ਬਦਲਦਾ ਪੁਲਿੰਗ ਤੇ ਇਸਤਰੀਲਿੰਗ ਨਾਲ, votre ਉਵੇਂ ਰਹਿੰਦਾ ਹੈ। quelle est ta date de naissance, quelle est votre date de naissance। ਤੇ ਇਸ ਗੱਲ ਦਾ ਉੱਤਰ ਹੋਏਗਾ ਪੰਜਾਬੀ 'ਚ ਆਪਾਂ ਕੀ ਕਹਾਂਗੇ। ਆਪਾਂ ਕਹਾਂਗੇ ਮੈਂ ਫਲਾਨੀ ਤਰੀਕ ਨੂੰ ਪੈਦਾ ਹੋਇਆ ਸੀ, ਫਲਾਨੀ ਤਰੀਕ ਨੂੰ ਮੇਰਾ ਜਨਮ ਹੋਇਆ ਸੀ। ਉਸੇ ਨੂੰ ਆਪਾਂ ਫ੍ਰੈਂਚ 'ਚ ਕਿਸ ਤਰ੍ਹਾਂ ਕਹਾਂਗੇ je suis né, je suis né, je suis né, je suis né। ਤਰੀਕ ਤੋਂ ਪਹਿਲਾਂ le 12 décembre, décembre
1993. Je suis né le 12 décembre 1993. ਹਜੇ ਆਪਾਂ ਮਹੀਨਿਆਂ ਦੇ ਨਾਮ ਨਹੀਂ ਕੀਤੇ, ਪਰ ਮੈਂ ਤੁਹਾਨੂੰ ਜਲਦੀ ਜਲਦੀ ਦੱਸ ਦਿੰਦਾ ਜੋ ਮਹੀਨੇ ਫ੍ਰੈਂਚ 'ਚ ਆਪਾਂ ਕਿਵੇਂ ਕਹਿੰਦੇ ਆ। janvier, février, mars, avril, mai, juin। ਇਹ 6 ਹੋ ਗਏ ਨੇ। ਤੁਸੀਂ ਮੇਰੇ ਨਾਲ ਰਿਪੀਟ ਕਰ ਸਕਦੇ ਹੋ। janvier, février, mars, avril, mai, juin, मतलब जून, juin। ਉਸ ਤੋਂ ਬਾਅਦ जुलाई, juillet, ਉਸ ਤੋਂ ਬਾਅਦ août, septembre, octobre, novembre ਤੇ décembre। ਇਹ ਤੁਸੀਂ ਆਸਾਨੀ ਨਾਲ ਯਾਦ ਕਰ ਸਕਦੇ ਹੋ। ਮੈਂ ਇੱਕ ਵਾਰੀ ਤੁਹਾਨੂੰ ਫੇਰ ਦੱਸ ਦਿੰਦਾ। janvier, février, mars, avril, mai, juin, juillet, août, septembre, octobre, novembre, décembre। ਤੇ ਤੁਹਾਨੂੰ ਕੋਈ ਵੀ ਤੁਹਾਡੀ ਤਰੀਕ ਪੁੱਛੇ, ਡੇਟ ਆਫ ਬਰਥ ਪੁੱਛੇ, ਤੁਸੀਂ ਆਸਾਨੀ ਨਾਲ ਜਵਾਬ ਦੇ ਸਕਦੇ ਹੋ। je suis né le ਫਲਾਣਾ ਤਰੀਕ, ਬਾਤੋਂ ਸਾਲ। je suis né le, ਇੱਕ ਹੋਰ ਐਗਜ਼ਾਮਪਲ, ਇੱਕ ਹੋਰ ਉਦਾਹਰਨ, je suis né le 5 mars 2000। je suis né le 5 mars 2000। je suis né le 5 mars 2000। ਤੇ ਇੱਕ ਛੋਟੀ ਜਿਹੀ ਗੱਲ ਹੋਰ, ਇਹ je suis né le ਇਹ ਇਸ ਤਰ੍ਹਾਂ ਹੀ ਲਿਖਣਾ ਹੈ, ਪਰ ਜੇ ਤੁਸੀਂ ਇਸਤਰੀ ਲਿੰਗ ਹੋ, ਜੇ ਤੁਸੀਂ ਕੁੜੀ ਹੋ ਤਾਂ ਤੁਸੀਂ ਲਿਖੋਗੇ ਇੱਕ ਐਕਸਟਰਾ ਈ ਦੇ ਨਾਲ, ਤਾਂ ਕਿ ਦਰਸਾਇਆ ਜਾ ਸਕੇ ਵੀ ਜੋ ਬੰਦਾ ਬੋਲ ਰਿਹਾ ਹੈ ਉਹ ਬੰਦਾ ਕੁੜੀ ਹੈ। ਇਸਤਰੀ ਲਿੰਗ ਦਰਸਾਉਣ ਵਾਸਤੇ ਆਪਾਂ ਐਕਸਟਰਾ ਈ ਲਗਾਉਂਦੇ ਹਾਂ। ਤੇ ਜੀ ਅੱਜ ਦਾ ਆਪਾਂ ਪਾਠ ਉਰੇ ਸਮਾਪਤ ਕਰਾਂਗੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ। ਤੇ ਜੇਕਰ ਤੁਹਾਡੇ ਕੋਲ ਸਵਾਲ ਹੋਰ ਹੈਗੇ ਨੇ ਤਾਂ ਤੁਸੀਂ ਕਮੈਂਟਸ 'ਚ ਜ਼ਰੂਰ ਸਾਨੂੰ ਸਵਾਲ ਪੁੱਛੋ। ਸਾਨੂੰ ਬੜੀ ਖੁਸ਼ੀ ਹੋਏਗੀ ਤੁਹਾਡੇ ਸਵਾਲਾਂ ਦੇ ਉੱਤਰ ਦੇ ਕੇ। ਤੇ ਉਦੋਂ ਤੱਕ ਮੈਂ ਤੁਹਾਨੂੰ ਬਹੁਤ ਪ੍ਰੋਤਸਾਹਨ ਦਿੰਦਾ ਹਾਂ ਆਪਣੀ ਪੜ੍ਹਾਈ ਜਾਰੀ ਰੱਖਣ ਵਾਸਤੇ। ਫ੍ਰੈਂਚ ਪੜ੍ਹਦੇ ਰਹੋ ਤੇ ਵੀਡੀਓਜ਼ ਦਾ ਸਮਰਥਨ ਕਰਦੇ ਰਹੋ। ਅਗਲੀ ਵਾਰੀ ਮਿਲਾਂਗੇ ਇੱਕ ਨਵੇਂ ਪਾਠ ਨਾਲ। ਧੰਨਵਾਦ। merci beaucoup।